ਸਤਨਾਮ ਹਰਿ ਓਮ ਤਤ ਸਤ। ਇਹ ਸਾਰੇ ਪਰਿਆਏ ਸ਼ਬਦ ਹੈ। ਜਿਹੜਾ ਸਤਨਾਮ ਇਹ ਸ਼ਬਦ ਬੋਲਿਆ, ਹਰਿ ਓਮ ਇਹ ਵੀ ਬੋਲਿਆ, ਤਤ ਸਤ ਇਹ ਵੀ ਬੋਲਿਆ। ਇਹ ਜਿਹੜਾ ਬੋਲ ਹੈ, ਇਹ ਬੋਲ ਨਾ ਤਾਂ ਹਰਿ ਓਮ ਹੈ, ਨਾ ਸਤਨਾਮ ਹਰਿ ਓਮ ਹੈ, ਨਾ ਤਤ ਸਤ ਹੈ। ਜਿਹੜਾ ਇਹ ਤਾਂ ਬੋਲ ਹੈ। ਜਿਹੜਾ ਬੋਲ ਬੋਲਿਆ ਜਾਂਦਾ ਹੈ ਇਹ ਤਾਂ ਆਕਾਸ਼ ਦੀ ਤਨ ਮਾਤਰਾ ਹੈ ਸਿਰਫ। ਜਿਹੜੀ ਆਵਾਜ਼ ਦਾ ਨਾਮ ਹਰੀ ਨਹੀਂ ਗਾ, ਆਵਾਜ਼ ਦਾ ਨਾਮ ਸਤਨਾਮ ਨੇ, ਆਵਾਜ਼ ਦਾ ਨਾਮ ਵਾਹਿਗੁਰੂ ਨੇ। ਆਵਾਜ਼ ਦਾ ਨਾਮ ਜਿਵੇਂ ਰੋਟੀ, ਕੱਪੜਾ, ਸਾਗ ਸਬਜ਼ੀ ਇਤਿਆਦਿਕ ਹੈ। ਇਹ ਜਿਹੜੀਆਂ ਆਵਾਜ਼ਾਂ 'ਚ ਨਾ ਰੋਟੀ ਹੈ, ਨਾ ਕੱਪੜਾ ਹੈ, ਨਾ ਕੋਈ ਸਾਗ ਸਬਜ਼ੀ ਭਾਜੀ। ਇਸੇ ਤਰ੍ਹਾਂ ਹੀ ਜਿਹੜਾ ਹਰਿ ਓਮ, ਸਤਨਾਮ, ਵਾਹਿਗੁਰੂ ਇਹ ਆਵਾਜ਼ 'ਚ ਨਹੀਂ ਰਹਿੰਦਾ। ਨਾ ਵਾਹਿਗੁਰੂ ਆਵਾਜ਼ 'ਚ ਰਹਿੰਦਾ, ਨਾ ਸਤਨਾਮ ਆਵਾਜ਼ 'ਚ ਰਹਿੰਦਾ, ਨਾ ਹਰਿ ਓਮ ਆਵਾਜ਼ 'ਚ ਰਹਿੰਦਾ। ਤਾਂ ਫਿਰ ਆਉਂਦਾ ਇਹ ਆਵਾਜ਼ਾਂ ਕੀ ਹੈ? ਤਾਂ ਇਹਦਾ ਇਹ ਹੀ ਮਾਨਾ ਨਿਕਲੇਗਾ, ਇਹ ਆਵਾਜ਼ਾਂ ਜਿਹੜੀਆਂ ਹੈ ਇਹ ਆਕਾਸ਼ ਦੀ ਇੱਕ ਤਨ ਮਾਤਰਾ ਹੈ। ਬੋਲਿਆ ਹੋਇਆ ਬੋਲ ਆਕਾਸ਼ ਵਿੱਚ ਸਮਾ ਜਾਂਦਾ। ਤਾਂ ਜਿਹੜਾ ਅਸੀਂ ਕਹਿੰਦੇ ਵੀ ਮੈਂ ਤਾਂ ਬਹੁਤ ਚਿਰ ਦਾ ਵਾਹਿਗੁਰੂ ਵਾਹਿਗੁਰੂ ਆਣਾ, ਤਾਂ ਤੇਰਾ ਮਤਲਬ ਇਹ ਹੈ ਕਿ ਇਹ ਬੋਲ ਜਿਹੜਾ ਜਿੱਥੇ ਵਾਹਿਗੁਰੂ ਰਹਿੰਦਾ ਤੈਨੂੰ ਉੱਥੇ ਲੈ ਜਾਊਗਾ। ਇਹ ਵਾਹਿਗੁਰੂ ਹੈ ਜਿਹੜਾ ਇਹ ਵਿਚਾਰਨ ਵਾਸਤੇ ਇੱਕ ਬਹੁਤ ਮਹੱਤ ਭਰਿਆ ਬੋਲ ਹੈ। ਜਿਹਦੇ ਬਾਰੇ ਬੋਲਦਾ ਮਹੱਤ ਸ਼ਬਦ ਉਹ ਮਹੱਤ ਹੈ, ਸ਼ਬਦ ਮਹੱਤ ਨਹੀਂਗਾ। ਇਹ ਸ਼ਬਦ ਤਾਂ ਆਕਾਸ਼ ਤਾਂ ਹੀ ਜਾਂਦਾ ਹੈ, ਔਰ ਹਿਰਦੇ ਆਕਾਸ਼ ਚੋਂ ਉਕਸਤ ਹੁੰਦਾ ਹੈ। ਜਿਸ ਨੇ ਵਾਹਿਗੁਰੂ ਦੇ ਸਰੂਪ ਨੂੰ ਪਹਿਚਾਣ ਲਿਆ, ਉਹਦਾ ਹਿਰਦੇ ਆਕਾਸ਼ ਚੋਂ ਇਹ ਸ਼ਬਦ ਉੱਠਿਆ ਹੋਇਆ, ਉਹ ਆਵਾਜ਼ ਅਧਿਅਸਤ ਹੋ ਜਾਂਦੀ ਹੈ। ਜਿਹਦੇ ਬਾਰੇ ਉੱਠਿਆ ਸੀਗਾ ਉਹ ਚਿਦ ਆਕਾਸ਼ ਹੈ। ਇਹਦਾ ਪ੍ਰਗਟਾਵਾ ਕਰਕੇ ਆਵਾਜ਼ ਮਿਥਿਆ ਹੋ ਜਾਂਦੀ ਹੈ। ਤੇ ਜਿਹੜੇ ਇਸ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਜਾਣਦੇ, ਬੋਲ ਨੂੰ ਜਾਣਦੇ, ਇਹ ਬੋਲ ਆਕਾਸ਼ ਦੀ ਤਨ ਮਾਤਰਾ, ਇਹ ਆਕਾਸ਼ 'ਚ ਸਮਾ ਜਾਂਦਾ। ਇਹ ਮਨੁੱਖ ਨੂੰ ਭੁੱਲ ਹੈ। ਹਿਰਦੇ ਆਕਾਸ਼ ਚੋਂ ਸਭ ਸ਼ਬਦ ਉਤਪੰਨ ਹੁੰਦੇ ਆ। ਹਿਰਦਾ ਆਕਾਸ਼, ਭੂਤਾ ਆਕਾਸ਼ ਤੇ ਚਿਦ ਆਕਾਸ਼ ਦੇ ਮੱਧ ਭਾਵੀ ਪ੍ਰਗਟ ਹੁੰਦਾ। ਜਿਹੜਾ ਚਿਦ ਆਕਾਸ਼ ਹੈ ਇਹ ਗਿਆਨ ਸਰੂਪ ਹੈ। ਜਿਹੜਾ ਭੂਤਾ ਆਕਾਸ਼ ਹੈ ਇਹ ਆਵਾਜ਼ ਰੂਪ ਹੈ। ਜਿਹੜਾ ਹਿਰਦਾ ਆਕਾਸ਼ ਹੈ
ਇਹਦੇ ਵਿੱਚੋਂ ਸਫਲਤਾ ਹੁੰਦੀ ਹੈ। ਇਹ ਸਫਲਤਾ ਇੱਕ ਤਾਂ ਰਜੋਗੁਣ ਦੇ ਬਲ ਸੇ, रजोगुण दे बल से क्रिया शक्ति उठती है। एक ही रजोगुण दे बल से विज्ञान शक्ति उठती है, जिन्हों चेताकाश कहने हैं। इस दे विच संकल्प शक्ति और क्रिया शक्ति और विज्ञान शक्ति, ये शक्तियां उहदे अस्त हो ही जांदियां। ਜਿਹੜੀ ਵਿਗਿਆਨ ਸ਼ਕਤੀ ਹੈ, ਜਿਸਨੇ ਵਿਗਿਆਨ ਸ਼ਕਤੀ ਨੂੰ ਮੋਹਰੇ ਰੱਖ ਕੇ ਇਹਦਾ ਵਿਵੇਕ ਕੀਤਾ, ਵਿਗਿਆਨ ਮਾਨਾ ਵਿਵੇਕ ਹੈ, ਕੀ ਹੈ ਕਿ ਅਨਾਤਮ ਤੇ ਆਤਮ ਕੀ ਹੈ, ਉਹ ਪਿੱਛੇ ਪਰਤਿਓ। ਉਹ ਵਿਚਾਰ ਸਾਗਰ ਦੇ ਵਿੱਚ ਸੰਤਾਂ ਨੇ, ਗੁਰੂ ਲੋਕਾਂ ਨੇ ਇਹ ਕਿਹਾ ਕਿ ਪਹਿਲਾ ਪਰੋਕਸ਼ ਰੂਪ ਸੇ ਤੈਨੂੰ ਇਹਦਾ ਬੋਧ ਹੋਣਾ ਚਾਹੀਏ। ਅਬਿਨਾਸੀ ਆਤਮਾ ਚੱਲ, ਜਗ ਜਾਂਤੇ ਪਰਤੀ ਕੋਲ, ਐਸੋ ਗਿਆਨ ਵਿਵੇਕ ਹੈ, ਸਭ ਸਾਧਨ ਕੋ ਮੂਲ। ਇਹ ਵਿਵੇਕ ਸ਼ਕਤੀ ਜਗਾਓ। ਜਦੋਂ ਵਿਵੇਕ ਸ਼ਕਤੀ ਜਗਾਓਗੇ ਤਾਂ ਇਹ ਪਤਾ ਲੱਗਾ ਕਿ ਆਬਿਨਾਸੀ ਆਤਮਾ ਹੈ। ਇਹ ਤੋਂ ਅੱਗੇ ਇਤਰ ਭੂਤ ਬ੍ਰਹਮੰਡ ਖੰਡ ਪਿੰਡ ਕੋਟ ਕੋਟ ਬਰਮੇ ਵਿਸ਼ਨੂੰ ਮਹੇਸ਼, ਉਹਨਾਂ ਦੇ ਪਾਰਥਵ ਤੇ ਸੂਖਮ ਸਰੀਰ, ਜਿਸ ਦੇ ਵਿੱਚ ਸਭ ਅਧਿਆਸਤ ਹੈ, ਉਸ ਦਾ ਪ੍ਰਤਿਪਾਦਨ ਸਰੂਪ ਦਾ ਵਾਹਿਗੁਰੂ ਪ੍ਰਤਿਪਾਦਨ ਕਰਕੇ ਆਪ ਵੀ ਅਧਿਆਸਤ ਹੋ ਜਾਂਦਾ ਹੈ। ਇਹ ਵਿਵੇਕ ਆਪ ਨੂੰ ਹੋਇਆ ਕਿ ਨਹੀਂ? ਤਾਂ ਦੂਜੇ ਪਾਸੇ ਲੋਕ ਇਹੀ ਕਹਿੰਦੇ, ਜਿਹੜੀ ਗੁਰਬਾਣੀ ਹੈ, ਗੀਤਾ ਭਾਗਵਤ ਹੈ, ਇਤਿਹਾਸਕ ਗੁਰੂ ਗ੍ਰੰਥ ਹੈ, ਇਹਨਾਂ ਦੇ ਵਿੱਚ ਬਹੁਤ ਵੱਡੀ ਫਲਸਫੀ ਸਮਾਈ ਹੋਈ ਹੈ। ਇਸ ਵਾਸਤੇ ਗ੍ਰੰਥ ਸਾਹਿਬ ਇਹਨੂੰ ਸਾਡੀ ਮਾਨਤਾ ਲੋਕਾਂ ਨੇ ਦਿੱਤੀ ਹੈ ਵੀ ਇਹ ਗੁਰੂ ਹੈ। ਗੁਰੂ ਮਾਇਨਾ ਕੀ ਹੈ? ਇਹ ਤਾਂ ਸੁਣ ਕੇ ਲੱਖਾਂ ਹੀ ਲੋਕ ਹੋਰ ਗੁਰੂ ਬਣ ਕੇ ਬਹਿ ਗਏ, ਅਸੀਂ ਗੁਰੂ ਹਾਂ। ਉਹ ਗੁਰੂ ਦਾ ਮਾਨਾ ਸਮਝੋ, ਗੁਰੂ ਮਾਇਨਾ ਹੁੰਦਾ ਗਿਆਨ, ਗਿਆਨ ਮਾਇਨਾ ਹੁੰਦਾ ਚੇਤਨ। ਵੀ ਇਹ ਗ੍ਰੰਥ ਸਾਹਿਬ ਗੁਰੂ ਹੈ, ਇਹਨੂੰ ਕਾਗਜ਼ ਸ਼ਾਹੀ ਪੱਤਰੇ ਜਿਲਤ ਨਾ ਸਮਝ ਕੇ ਬਹਿ ਜਿਓ। ਇਹ ਚੇਤਨ ਸਰੂਪ ਹੈ, ਇਹ ਗਿਆਨ ਸਰੂਪ ਹੈ, ਇਹਦੇ ਵਿੱਚ ਗਿਆਨ ਸਮਾਨ ਹੈ। ਤੇ ਜਿਹੜਾ ਇਹਦੀ ਗਿਆਤ ਰੱਖਦਾ ਉਸ ਦੀ ਪ੍ਰਗਿਆ ਵਿਸ਼ਿਸ਼ਟ ਹੋ ਕੇ ਵਾਕ ਇੰਦਰੀ ਤੇ ਚੜ ਕੇ ਇਹ ਉਸ ਗਿਆਨ ਦਾ ਪ੍ਰਤਿਪਾਦਨ ਕਰਦਾ ਹੈ। ਇਸ ਨੂੰ ਕਿਹਾ ਤਾਂ ਕਿਹਾ ਗੁਰੂ ਗ੍ਰੰਥ ਸਾਹਿਬ। ਸਮਝੋ ਵੀ ਕਿਉਂ ਕਿਹਾ? ਗਿਆਨੀ ਪੁਰਸ਼ਾਂ ਨੇ ਐਵੇਂ ਨਾਂ ਰੱਖਿਆ ਸੀ। ਜਿਹੜੇ ਸਾਨੂੰ ਗੁਰ ਗਿਆਨ ਦਿੰਦੇ ਉਹ ਗ੍ਰੰਥ ਪੂਜਣੇ ਯੋਗ, ਸਤਿਕਾਰ ਯੋਗ। ਜਿਹੜਾ ਇਹਨਾਂ ਗ੍ਰੰਥਾਂ ਦੀ ਕਹੀ ਹੋਈ ਬਾਤ ਨੂੰ ਆਪਣੇ ਵਿਵੇਕ 'ਚ ਮੰਥਨ ਕਰਦਾ ਤੇ ਉਹ ਸਤ ਵਸਤੂ ਦਾ ਆਦਰ ਕਰਦਾ, ਅਸਤ ਵਸਤੂ ਨੂੰ ਅਧਿਆਸਤ ਜਾਣਦਾ। ਉਹਨਾਂ ਜਿਹੜੇ ਸੰਤ ਲੋਕ ਅਥਵਾ ਸਿੱਖ ਲੋਕ ਅਥਵਾ ਸਮਾਜਿਕ ਲੋਕ, ਉਹਨਾਂ ਨੂੰ ਵੀ ਕੋਟ ਕੋਟ ਪ੍ਰਣਾਮ ਹੈ, ਜਿਹੜੇ ਇਸ ਵਿਸ਼ੇ ਨੂੰ ਜਾਣਨ ਦਾ ਪ੍ਰਯਾਸ ਕਰ ਰਹੇ। ਜਦੋਂ ਅਸੀਂ ਇਹ ਗੱਲ ਕਹਿੰਨੇ ਬਾਣੀ ਦੇ ਵਿੱਚ ਲਿਖਿਆ
ਤੋ ਮੇਰਾ ਇੱਕ ਮਿੱਤਰ ਸੰਤ ਸੀ ਵੀ ਤੁਸੀਂ ਹਰ ਗੱਲ ਇਹ ਕਹਿ ਦਿੰਨੇ ਆ ਵੀ ਆਹ ਲਿਖਿਆ ਵਿਖਾਉਣਾ ਬਾਣੀ 'ਚ, ਆਹ ਲਿਖਿਆ ਵਿਖਾਉਣਾ ਬਾਣੀ 'ਚ। ਤਾਂ ਆਦਾ ਵੀ ਮੈਂ ਜੇ ਇਹ ਲਿਖ ਵਿਖਾਵਾਂ ਤੁਹਾਨੂੰ ਵੀ ਮੇਰੇ ਬਾਪ ਨੇ, ਤੇ ਨਾਲ ਦੇ ਸਾਥੀ ਨੂੰ ਕਹਿੰਦਾ ਤੇਰੇ ਬਾਪ ਤੋਂ, ਮੇਰੇ ਬਾਪ ਨੇ ਤੇਰੇ ਬਾਪ ਨੂੰ 50,000 ਰੁਪਈਆ ਨਗਦ ਵਰਤਣ ਵਾਸਤੇ ਦਿੱਤਾ ਸੀ। ਤੇ ਉਹ ਕਹੇਗਾ ਯਾਰ ਕਾਹਦੇ ਵਾਸਤੇ ਲੈਣਾ ਸੀ, ਮੇਰੇ ਬਾਪ ਨੇ ਕੀ ਕਰਨੇ ਸੀ ਪੈਸੇ, ਤੇ ਤੂੰ ਇਹ ਆਖੇਂਗਾ ਕਿ ਆ ਲਿਖਿਆ ਵਿਖਾਉਣਾ, ਆ ਬਈ ਤੇ ਲਿਖਿਆ ਵਿਖਾਉਣਾ। ਕੱਲੀ ਲਿਖੇ ਨੂੰ ਤਾਂ ਨਹੀਂ ਚੱਕੀ ਫਿਰਨਾ, ਇਹ ਵੀ ਵੇਖਣਾ ਪਊਗਾ ਵੀ ਜੇ ਲਿਖਿਆ ਹੈ ਉਹਨੇ ਇਹ ਧਨ ਕੀ ਕੀਤਾ, ਕਿੱਥੇ ਪ੍ਰਯੋਗ ਕੀਤਾ, ਉਹਨੂੰ ਕਿਆ ਜ਼ਰੂਰਤ ਸੀ। ਤੇ ਜੇ ਗੁਰੂਆਂ ਨੇ ਲਿਖਿਆ ਜੋ ਕੁਛ, ਉਹਦਾ ਵਿਵੇਕਤਾ ਕਰੋ ਕਾਦੇ ਲਈ ਲਿਖਿਆ। ਆ ਲਿਖਿਆ ਵਿਖਾਉਣਾ ਬਾਣੀ 'ਚ, ਲਿਖਿਆ ਵੇਖੀ ਜਾਓ। ਇਹ ਲਿਖਿਆ ਵਿਖਾਉਣ ਕਰਕੇ ਗੁਰੂਆਂ ਨੇ ਤਾਂ ਬਾਣੀ 'ਚ ਇਹ ਵੀ ਕਿਹਾ ਕਿ ਗੁਰਮੰਤਰਹੀਣ ਜੋ ਪ੍ਰਾਣੀ, ਧਿਰ ਗਜੂਨ ਭ੍ਰਿਸ਼ਟਨ, ਕੋਕਰੈ ਸੋਕਰੈ ਕਾਕ ਹੈ, ਸਰਪ ਤੁਰਕ ਨ ਗਰਬਦ ਖਲਾ। ਕੋਕਰ ਸੋਕਰ ਕਾਕ ਗਰਦਬ ਸਰਪਨ ਤੁਲ, ਇਹਨਾਂ ਦੇ ਤੁਲ ਹੈ। ਅੱਛਾ, ਇਹ ਗੁਰੂਆਂ ਨੇ ਜਿਹੜੇ ਮਨੁੱਖ ਨੇ ਗੁਰਮੰਤਰ ਨਹੀਂ ਜਾਣਿਆ, ਇਹ ਉਹਨਾਂ ਦੇ ਦੋਸ਼ ਦੱਸੇ ਆ। ਅੱਛਾ, ਇਹ ਕਹਿਣੇ ਸੇ ਵੀ ਆ ਗੁਰਬਾਣੀ 'ਚ ਵਿਖਾਉਣਾ ਗੁਰੂਆਂ ਨੇ ਲਿਖਿਆ। ਉਹ ਗੁਰੂਆਂ ਨੇ ਤਾਂ ਲਿਖਣਾ ਹੀ ਹੈ, ਜਦੋਂ ਕੋ ਸਮਝਦੇ ਉਸ ਬਾਤ ਨੂੰ, ਤੂੰ ਸਮਝਿਆ ਕਿ ਨਹੀਂ ਇਹ ਬਤਾ। ਜੋ ਲਿਖ ਕੇ ਤੂੰ ਸਮਝਿਆ। ਅੱਛਾ, ਗੁਰਮੰਤਰ ਕੀ ਹੈ, ਉਹ ਲਿਖਿਆ ਗੁਰੂਆਂ ਨੇ ਇੱਥੇ ਨਾਲ ਬਾਣੀ ਦੇ ਸ਼ਬਦ ਦੇ ਵੀ ਕੀ ਆ ਗੁਰਮੰਤਰ। ਤਾਂ ਆਪਣੇ ਅਟੇ ਸਟੇ ਲੈ ਕੇ ਕੋਈ ਕਾਸੇ ਨੂੰ ਗੁਰਮੰਤਰ ਆਦਾ, ਤੇ ਜਦੋਂ ਬਾਣੀ ਦਾ ਇਹ ਸਿਧਾਂਤ ਆ ਸੰਤਾਂ ਦਾ ਕਿ ਗੁਰਨਾਮ ਚੇਤਨ ਦਾ, ਚੇਤਨ ਨਾਮ ਗਿਆਨ ਦਾ, ਜੋ ਗਿਆਨ ਚੇਤਨ ਆ ਇਹਦਾ ਨਾਮ ਸਤ ਚਿਤ ਆਨੰਦ ਹੈ। ਇਹ ਓਮਕਾਰ ਜਿਹੜੀ ਆਵਾਜ਼ ਹੈ ਇਹਦਾ ਪ੍ਰਗਟ ਕਰਕੇ ਕਿਵੇਂ ਕਿ ਫੂਕ ਅਸੀਂ ਮੂੰਹ ਦੇ ਦੁਆਰਾ, ਅਗਨੀ ਸਾਡੀ ਪਖਰੀ ਪਈ ਹੈ, ਅਸੀਂ ਮੂੰਹ ਜੋੜ ਕੇ ਜ਼ੋਰ ਦੁਆਰਾ ਉਸ ਕੋਇਲੇ ਤੇ, ਉਸ ਲੱਕੜੀ ਤੇ ਫੂਕ ਮਾਰਦੇ ਆ। ਉਹ ਮਾਰੀ ਹੋਈ ਫੂਕ ਉਸ ਲੱਕੜੀ ਕੋਇਲੇ ਦੇ ਵਿੱਚੋਂ ਅਗਨੀ ਪ੍ਰਜਵਲਿਤ ਕਰ ਜਾਂਦੀ ਤੇ ਆਪ ਅਧਿਅਸਤ ਹੋ ਜਾਂਦੀ ਹੈ। ਉਹ ਫੂਕ ਨਾਲ ਰਹਿੰਦੀ ਹੈ। ਇਹ ਫੂਕ ਕੀ ਸੀ? ਇਹ ਫੂਕ ਸੀ ਕਿ ਜਦੋਂ ਮੂੰਹ ਜੋੜ ਕੇ ਬੋਲਣ ਦੁਆਰਾ ਜ਼ਬਰਦਸਤ ਜ਼ੋਰ ਨਾਲ ਉਹ ਫੂਕ ਮਾਰੇ, ਉਹ ਫੂਕ ਕੋਲੇ ਨੂੰ ਛੂ ਕੇ ਕੋਲੇ ਦਾ ਆਵਰਣ ਭੰਗ ਕਰਕੇ ਉਜਾਲਾ ਉਹਨੇ ਪ੍ਰਗਟ ਕਰਤਾ। ਤਾਂ ਹੁਣ ਉਹ ਕੋ ਫੂਕ ਕਿੱਥੇ ਆ? ਫੂਕ ਅਧਿਅਸਤ ਹੋ ਗਈ। ਇਹ ਜਿਹੜੇ ਬਾਣੀ ਦੇ ਸ਼ਬਦ ਹੈ ਇਹ ਵੀ ਕਿਸੇ ਵਸਤੂ ਨੂੰ ਪ੍ਰਗਟ ਕਰਨ ਵਾਸਤੇ ਆ। ਉਹ ਵਸਤੂ ਪ੍ਰਗਟ ਹੋਈ ਕਿ ਨਹੀਂ, ਨਿਤ ਸੁਣਦੇ ਆ ਤਾਂ ਫੇਰ ਹੋਏਗਾ ਬਾਣੀ ਦੀ ਕਮਜ਼ੋਰੀ ਹੈ, ਗੁਰੂਆਂ ਦੀ ਕਮਜ਼ੋਰੀ ਹੈ। ਓਏ ਆਪਣੀ ਕਮਜ਼ੋਰੀ ਲੱਭੋ, ਕੀ ਕਮਜ਼ੋਰੀ ਹੈ? ਅੱਧੀ ਉਮਰ ਬੀਤ ਗਈ ਇਹ ਸ਼ਬਦ ਸੁਣਦਿਆਂ, ਤੇ ਹਵਾ ਨੇ ਉਜਾਲਾ ਜਿਵੇਂ ਕਰਤਾ, 2 ਫੂਕਾਂ ਮਾਰੀਆਂ ਤੇ ਹਵਾ ਅਧਿਅਸਤ ਹੋ ਗਈ ਤੇ ਅਗਨੀ ਪ੍ਰਜਵਲਿਤ ਹੋ ਗਈ। ਤੁਹਾਡੇ ਗਿਆਨ ਅਗਨੀ ਪ੍ਰਜਵਲਿਤ ਹੋਈ ਕਿ ਨਹੀਂ ਬਾਣੀ ਦੇ ਨਾਲ, ਇਹ ਬਤਾਓ। ਜਿੰਨਾ ਚਿਰ ਇਹ ਸ਼ਬਦ ਦੀਆਂ ਆਵਾਜ਼ਾਂ ਮਾਰਦੇ ਆ, ਇਹਨਾਂ ਆਵਾਜ਼ਾਂ ਨੇ ਅਵਰਣ ਚੱਕਣਾ। ਤੁਹਾਡਾ ਅਵਰਣ ਚੱਕਿਆ ਗਿਆ ਕਿ ਨਹੀਂ? ਤਾਂ ਅਵਰਣ ਚੱਕਿਆ ਜਾਊਗਾ ਤਾਂ ਉਜਾਲਾ ਹੋਊਗਾ। ਤੁਹਾਡੇ ਹਿਰਦੇ 'ਚ ਇਹ ਅਵਰਣ ਚੱਕਿਆ ਕਿ ਨਹੀਂ, ਇਹ ਬਤਾਓ ਪਹਿਲਾਂ।
ਉਜਾਲਾ ਹੋਇਆ ਕਿ ਨਹੀਂ। ਤੇ ਜੇ ਆਖਾਂਗੇ ਜੀ ਹੈਗਾ ਹੀ ਹੈ ਤਾਂ ਵਾਹਿਗੁਰੂ ਕਿੱਥੇ ਹੈ? ਜਿਹਦੇ ਬਾਰੇ ਵਾਹਿਗੁਰੂ ਵਾਹਿਗੁਰੂ ਬੋਲਦੇ ਆ, ਉਹ ਜਿਹਦੇ ਬਾਰੇ ਬੋਲਦੇ ਆ ਉਹ ਸਾਖਸ਼ਾਤ ਹੋਇਆ ਕਿ ਨਹੀਂ? ਤਾਂ ਫਿਰ ਵੀ ਸਾਖਸ਼ਾਤ ਤਾਂ ਨਹੀਂ। ਤਾਂ ਇਧਰੋਂ ਉਹ ਫੂਕ ਮਾਰਦਾ ਕੋਲੇ ਤੇ ਹਾਲੇ ਅਗਨੀ ਨਹੀਂ ਜਗੀ। ਜਦੋਂ ਅਗਨੀ ਜਾਗੀ ਉਹ ਫੂਕ ਮਾਰਨੀ ਛੱਡ ਦੇਗਾ, ਅਗਨੀ ਪ੍ਰਜਵਲਿਤ ਹੋ ਜਾਏਗੀ। ਤੂੰ ਫੂਕਾਂ ਮਾਰ ਰਿਹਾ ਵਾਹਿਗੁਰੂ ਮਾਰ ਖੂਬ, ਪਰ ਤੇਰੀ ਗਿਆਨ ਅਗਨੀ ਪ੍ਰਜਵਲਿਤ ਹੋਈ ਹੈ ਕਿ ਨਹੀਂ ਇਹ ਬਤਾ। ਜੇ ਗਿਆਨ ਅਗਨੀ ਪ੍ਰਜਵਲਿਤ ਨਹੀਂ ਹੋਈ ਤਾਂ ਤੇਰੇ 'ਚ ਕੋਈ ਕਸਰ ਹੈ। ਕਿਸੇ ਤੋਂ ਇਹਦੇ ਬਾਰੇ ਜਾਣਿਆ ਪਰੋਕਸ਼ ਗਿਆਨ ਹੈ ਕਿ ਵਾਹਿਗੁਰੂ ਕਿਸ ਨੂੰ ਆਣੇ ਹੈ? ਵਾਹਿਗੁਰੂ ਕੋਈ ਬੰਦਾ ਹੈ ਕਿ ਕੋਈ ਪਸ਼ੂ ਪੰਛੀ ਦੇ ਸਮਾਨ ਹੈ? ਕਿਸ ਨੂੰ ਮੁੱਖ ਰੱਖ ਕੇ ਤੁਸੀਂ ਵਾਹਿਗੁਰੂ ਕਹਿੰਦੇ? ਵਾਹ ਹਾ ਹੈ ਅੱਖਰ, ਚਾਰਾਂ ਅੱਖਰਾਂ ਨੂੰ ਵਾਹਿਗੁਰੂ ਕਹਿੰਦੇ। ਵਾਹਿਗੁਰੂ ਇੱਕ ਸਤਾ ਹੈ ਜਿਹਦਾ ਸਤ ਚਿਤ ਆਨੰਦ ਅਸਤੀ ਪਾਤੀ ਪ੍ਰੇ। ਉਹ ਸਤਾ ਨੂੰ ਪ੍ਰਜਵਲਿਤ ਹੋਈ ਹੈ ਕਿ ਨਹੀਂ? ਤਾਂ ਇਹ ਹੋ ਗਿਆ ਵੀ ਇਹ ਸਤਾ ਕਿਰਿਆ ਨਾਲ ਪ੍ਰਜਵਲਿਤ ਨਹੀਂ ਹੁੰਦੀ। ਕਿਉਂ? ਸੁਰਤੀ ਸ਼ਾਸਤਰ ਨੇ ਕਿਹਾ ਕਿਰਿਆ ਨਹੀਂ ਬੰਧ ਨਿਵਾਰੇ, ਨਹੀਂ ਅਗਿਆਨ ਕੋ ਮੂਲ ਅਖਾੜੇ। ਤੁਸੀਂ ਕਿਰਿਆ ਕਰਕੇ ਗਿਆਨ ਨੂੰ ਦੂਰ ਕਰਨਾ ਚਾਹੁੰਦੇ ਆ, ਕਿੱਡੀ ਭ੍ਰਾਂਤੀ ਹੈ। ਅੱਛਾ, ਦੂਜੇ ਪਾਸੇ ਨਹੀਂ ਜੀ, ਅਸੀਂ ਤਾਂ ਭੰਡਾਰਾ ਕਰ ਦਿੰਨੇ ਆ, ਹਰ ਐਤਵਾਰ ਲੰਗਰ ਲਾਉਨੇ ਆ। ਤਾਂ ਇਹ ਲੰਗਰ ਹੈ ਜਿਹੜਾ ਭੰਡਾਰਾ ਹੈ, ਇਹ ਉਹਨਾਂ ਲੋਕਾਂ ਲਈ ਚੰਗਾ ਹੈ ਕਿ ਜਿਹੜੇ ਇਹਦਾ ਖਾਣ ਪਾਨ ਕਰਦੇ ਆ। ਤੇ ਤੂੰ ਜਿਹੜਾ ਕਰਦਾ ਤੈਨੂੰ ਇਹਦਾ ਕੋਈ ਫਲ ਨਹੀਂ। ਕਿਉਂ? ਕਿ ਤੈਨੂੰ ਇਹਦਾ ਇਹੀ ਫਲ ਹੈ ਕਿ ਅਭਿਮਾਨ ਨਾਲ ਆਪਣਾ ਅਗਿਆਨ ਹੋਰ ਵਧਾ ਲਿਆ। ਜਿਹੜੇ ਖਾਂਦੇ ਆ ਤੁਹਾਡਾ ਲੰਗਰ ਉਹ ਭੋਗ ਕਰਦੇ ਆ ਲੰਗਰ ਦਾ, ਤੇ ਤੁਸੀਂ ਲੰਗਰ ਕਰਨ ਵਾਲੇ ਅਭਿਮਾਨ ਕਰਦੇ ਆ। ਅਭਿਮਾਨ ਜਿਹੜਾ ਇਹ ਅਗਿਆਨ ਨੂੰ ਪਾਣੀ ਪਾਉਂਦਾ, ਹੋਰ ਵੱਧਦਾ। ਤਾਂ ਫਿਰ ਇਹਦਾ ਮਨਾ ਕੀਤਾ ਕਿ ਨਹੀਂ? ਪਹਿਲੀ ਤੋਂ ਬਾਤ ਹੈ ਕਰੋ। ਜਿਹੜੇ ਤੁਸੀਂ ਲੰਗਰ ਭੰਡਾਰੇ ਕਰਦੇ ਆ, ਤੁਹਾਡਾ ਕੀ ਪ੍ਰਯੋਜਨ ਹੈ? ਬਿਨਾਂ ਪ੍ਰਯੋਜਨ ਤੋਂ ਤਾਂ ਆਦਮੀ ਦਾ ਹੱਥ ਨਹੀਂ ਹਿੱਲਦਾ। ਕੀ ਪ੍ਰਯੋਜਨ ਹੈ ਲੰਗਰ ਭੰਡਾਰਾ ਕਰਨ ਦਾ? ਤਾਂ ਕੋਈ ਆਖੂਗਾ ਜੀ ਮੈਂ ਮੁਕਤੀ ਚਾਹੁੰਦਾ। ਅੱਛਾ, ਤੇਰਾ ਕੋਈ ਪ੍ਰਯੋਜਨ ਤਾਂ ਹੈ। ਕੋਈ ਕਹਿੰਦਾ ਮੈਂ ਸੁੱਖ ਸ਼ਾਂਤੀ ਚਾਹੁੰਦਾ। ਕੋਈ ਕੁਛ ਨਾਨਾ ਪ੍ਰਕਾਰ ਦੇ ਆਪਣੇ ਪ੍ਰਯੋਜਨ ਬਤਾਊਗਾ। ਪਰ ਜਦੋਂ ਸੰਤ ਲੋਕਾਂ ਨੂੰ ਪੁੱਛਿਆ ਵੀ ਇਹਦਾ ਕੀ ਪ੍ਰਯੋਜਨ ਆ ਜੀ, ਇਹ ਜਿਹੜੇ ਲੋਕ ਕਰਦੇ ਫਲ ਕਿਆ ਹੈ, ਤਾਂ ਗੁਰੂ ਲੋਕਾਂ ਸੰਤ ਲੋਕਾਂ ਨੇ ਇਸ ਨੂੰ ਇਹ ਕਿਹਾ ਕਿ ਮੋਕਸ਼ ਤੋਂ ਬਿਨਾ ਇਹਨੂੰ ਛੁਟਕਾਰਾ ਨਹੀਂ। ਕਿਵੇਂ? ਚਾਹੇ ਕਿਸੇ ਤੇ ਕੋਈ ਗੁਨਾਹ ਆਰੋਪ ਹੋ ਗਿਆ, ਕਚਹਿਰੀ ਕੋਰਟ ਦੇ ਵਿੱਚ ਸੱਚ ਪ੍ਰਗਟ ਹੋ ਗਿਆ, ਉਸ ਦੀ ਜੁਰਮਾਨਾ ਸਜ਼ਾ, ਉਸ ਦੰਡ ਦੀ ਸਜ਼ਾ ਭੋਗਣ ਲਈ ਕਦੇ ਕਿਸੇ ਜੇਲ੍ਹ 'ਚ ਭੇਜਤਾ, ਕਦੇ ਕਿਸੇ ਜੇਲ੍ਹ 'ਚ ਭੇਜਤਾ, ਕਦੇ ਕਿਸੇ ਜੇਲ੍ਹ 'ਚ ਭੇਜਤਾ। ਤਾਂ ਇਹ ਹੈ ਵੀ ਯਾਰ ਘਰ ਨੂੰ ਕਿਉਂ ਨਹੀਂ ਇਹਨੂੰ ਭੇਜ ਦਿੰਦੇ? ਤਾਂ ਇਹ ਹੈ ਵੀ ਜਿਹੜੇ ਇਹਦੇ ਤੇ ਫਰਦ ਜੁਰਮ ਐਡ ਹੋਏ ਹੈ, ਉਹਨਾਂ ਦੇ ਪ੍ਰਭਾਵ ਸੇ ਇਹ ਜੇਲ੍ਹਾਂ 'ਚੋਂ ਬਾਹਰ ਨਹੀਂ ਜਾ ਸਕਦਾ।
ਜੇਲ੍ਹਾਂ ਦੇ ਅੰਦਰ ਹੀ ਜੀਵਨ ਬਤੀਤ ਕਰੇਗਾ ਤਾਂ ਜੈਸੇ ਜੇਲ੍ਹਾਂ ਦੇ ਅੰਦਰ ਬਤੀਤ ਕਰਦਾ ਉਹ ਤਾਂ ਕਰੇਗਾ ਜੇ ਜੇਲ੍ਹ ਇਸ ਦੋਸ਼ ਤੋਂ ਮੁਕਤ ਹੋਏਗਾ, ਫਿਰ ਜੇਲ੍ਹ ਚੋਂ ਰਿਹਾ ਹੋ ਸਕਦਾ। ਤੇ ਜਿਹੜੇ ਦੋਸ਼ਾਂ ਕਰਕੇ ਇਹ ਅਹਮ ਮੈਂ ਇਹਦੇ ਵਿੱਚ ਕਲਪਨਾ ਵਿਗਿਆਨ ਜਾਗ ਰਿਹਾ, ਇਹ ਜਿਹੜੇ ਦੋਸ਼ਾਂ ਕਰਕੇ ਇਸ ਪਿੰਜਰੇ 'ਚ ਕੈਦ ਕੱਟ ਰਿਹਾ, ਇਹ ਵੀ ਮਤ ਕਹੇ ਵੀ ਮੇਰੇ ਭੰਡਾਰੇ ਨਾਲ। ਅੱਛਾ, ਜਿਹੜੇ ਜੁਰਮ ਦੇ ਵਿੱਚ ਕੋਈ ਮਨੁੱਖ ਜੇਲ੍ਹ ਭੋਗ ਰਿਹਾ ਤੇ ਉਹ ਘਰੇ ਸੁਨੇਹਾ ਘੱਲਦੇ ਵੀ 2 ਮਣ ਆਟਾ ਤੇ 10 ਸਿਰ ਦਾਲ ਪਕਾ ਕੇ ਰੋਟੀਆਂ ਵੰਡ ਦਿਓ, ਤਾਂ ਇਹ ਰੋਟੀਆਂ ਉਹਨੂੰ ਜੇਲ੍ਹ ਚੋਂ ਕੱਢ ਦਊਗੀਆਂ। ਭੁਲੇਖਾ ਦੂਰ ਕਰੇ, ਨਹੀਂ, ਉਹ ਜੁਰਮ ਤੇਰੇ ਤੇ ਜਿਉਂ ਕਾ ਤਿਉਂ ਰਹੇਗਾ, ਨਿਕਲ ਨਹੀਂ ਸਕਦਾ। ਤਾਂ ਫੇਰ ਕੀ ਹੈ, ਤੈਨੂੰ ਨਹੀਂ ਪਤਾ ਵੀ ਤੂੰ ਜੇਲ੍ਹ ਕੱਟ ਰਿਹਾ? ਅਗਰ ਨਹੀਂ ਜੇਲ੍ਹ ਕੱਟਦਾ ਤਾਂ ਇਸ ਕੋਠੜੀ ਚੋਂ ਨਿਕਲ ਕੇ ਵਿਖਾ, ਅੰਦਰੇ ਹੀ ਮੈਂ ਕਰਦਾ, ਇਹਦੇ ਚੋਂ ਨਿਕਲ ਤਾਂ ਸਹੀ। ਨਿਕਲਣ ਦਾ ਤਾਂ ਫੇਰ ਸੰਤ ਲੋਕਾਂ ਨੇ ਕਿਹਾ, ਓਏ ਫਾਸਣ ਕੀ ਵਿਦ ਸਭ ਕੋ ਜਾਣਾ, ਛੂਟਣ ਕੀ ਇੱਕ ਕੋਈ। ਉਹ ਵਿਰਲਾ ਜਿਹੜੇ ਇਹਦੇ ਚੋਂ ਛੁੱਟਣ ਦੀ ਵਿਧ ਜਾਣਦਾ, ਤੂੰ ਹੋਰ ਫਸਣ ਦੀਆਂ ਕਰੀ ਜਾਂਦਾ ਨਵੀਆਂ। ਤਾਂ ਉਹ ਕੀ ਹੈ ਕਿ ਬਹੁਤ ਸਾਧ ਸਮਾਗਮ ਕੀਜੈ। ਸੰਤ ਸਮਾਗਮ ਨੂੰ ਜਹਾਜ਼ ਹੈ ਉਹਦਾ ਸੰਗ ਕਰ। ਬਹੁਤ ਸਾਧ ਸਮਾਗਮ ਕੀਜੈ, ਜਿਨ ਸੰਗਤ ਭਵ ਪਾਰ ਪਰੀਜੈ। ਬਿਨ ਸਤ ਸੰਗਤ ਕਿਨ ਬਿਦ ਧਰੀਜੈ, ਭਵ ਸਾਗਰ ਮੈਂ ਬੂੜ ਮਰੀਜੈ। ਜਪ ਤਪ ਵਰਤ ਨੇਮ ਮਖ ਪੂਜਾ, ਕੋਟਨ ਕੋਟ ਉਪਾਏ ਕਰੀਜੈ। ਇਨ ਕਰ ਕੋਈ ਪਾਰ ਨਾ ਪਰਿਓ, ਆਵਾ ਗੌਣ ਵਿਖੇ ਦੁਖ ਲੀਜੈ। ਮੱਛ ਕੱਛ ਕਾਮ ਆਦਿਕ ਲਹਿਰਾਂ, ਇਨਕੇ ਗਰਸੇ ਨ ਕਭੀ ਛੁਟੀਜੈ। ਉਹ ਬੈਠ ਜਹਾਜ ਸਾਧ ਕੀ ਸੰਗਤ, ਤਿਨ ਤੇ ਛੂਟੇ ਪਾਰ ਵਸੀਜੈ। मुक्त पदार्थ पार कनारा, ब्रह्म धाम में स्थित थीजा। अपने ब्रह्म स्वरूप में स्थित हो जीनु लोक वाहे गुरु इਉਂ ਕਹਿੰਦੇ ਤਾਂ ਹੈ, ਪਰ ਉਹਦੇ ਤੇ ਸਥਿਤ ਨਹੀਂ, ਅਰ ਨਾ ਜਾਣਦੇ ਆ, ਜਾਣੋ। ਤੇ ਜਿੰਨਾ ਚਿਰ ਤਾਂ ਅੰਤ ਨੂੰ ਕਹਿ ਕੇ ਧੰਨ ਧੰਨ ਸਤ ਸੰਗਤ ਜਗ ਮੇ, ਜਿਨ ਸੰਸਰਨਾ ਔਰ ਕਹੀ ਜਾਏ। ਔਰ ਕੋਈ ਸਾਧਨ ਜੀ ਦੇ ਬਰਾਬਰ ਨਹੀਂ, ਉਹ ਧੰਨ ਹੈ। ਨਾਨਕ ਜੀ ਮਹਾਰਾਜ ਦੀ ਸੰਗਤ ਕਰਦੇ ਸੀ ਆ ਕੇ। ਤੇ ਅੱਜ ਬਈ ਜਿੱਥੇ ਵੇਖ ਲਓ, ਉਹ ਵੱਡੇ ਵੱਡੇ ਪੜਾਲਾਂ ਦੇ ਵਿੱਚ ਅੱਜ ਕੱਲ੍ਹ ਤਾਂ ਸਭ ਕੁਝ ਦੇਸ਼ ਦੁਨੀਆ 'ਚ ਹੋ ਹੀ ਜਾਂਦਾ, ਸਾਧਨ ਬਣ ਗਏ ਦੀਦਾ। ਤੇ ਵੱਡੇ ਵੱਡੇ ਹਜ਼ਾਰ ਹਜ਼ਾਰ ਮਾਈ ਭਾਈ ਬੈਠੇ ਹਜ਼ਾਰਾਂ ਦੀ ਗਿਣਤੀ 'ਚ, ਤੇ ਮੂਹਰੇ ਢੋਲਕੀ ਤਬਲਾ, ਤੇ ਆਵਾਜ਼ ਨਿਕਲਦੀ, ਆਵਾਜ਼ ਸੁਣ ਕੇ ਆਉਂਦੇ। ਵਿਗਿਆਨ ਕਿਸੇ ਨੇ ਨਹੀਂ ਸੁਣਿਆ ਅਜੇ ਤੀਕ, ਜਿਹੜੀਆਂ ਆਵਾਜ਼ਾਂ ਬੋਲਦੇ ਉਹ ਵਿਗਿਆਨ ਕੀ ਹੈ। ਤਾਂ ਇਹ ਹੈ, ਬਾਣੀ ਨੇ ਆਵਾਜ਼ਾਂ ਸੁਣਨ ਨੂੰ ਨਹੀਂ ਆਖਿਆ, ਇਹ ਤਾਂ ਲੋਕਾਂ ਨੇ ਬਾਣੀ ਦੇ ਪ੍ਰਬੰਧ ਚਲਾਉਣ ਵਾਲਿਆਂ ਨੇ ਠੋਪਤੀਆਂ। ਹੁਣ ਵਿਚਾਰੋ, ਕਮੇਟੀਆਂ ਬਣੀਆਂ ਵੀ ਗੁਰੂਆਂ ਦੀ, ਗੁਰੂਆਂ ਤੋਂ ਵੱਡੀ ਕਮੇਟੀ ਕਿਹੜੀ ਹੈ? ਜਿਹੜੇ ਸੰਤ ਲੋਕਾਂ ਨੇ ਗੁਰਬਾਣੀ ਦੇ ਵਿੱਚ 35-36 ਬੁੱਧੀਆਂ ਦਾ ਵਿਗਿਆਨ ਹੈ, ਜਿਨ੍ਹਾਂ ਦਾ ਵਿਗਿਆਨ ਬਾਣੀ ਦੇ ਵਿੱਚ ਹੈ, ਉਹ ਹਾਜ਼ਰ ਨਾਜ਼ਰ ਹੈ। ਉਹਨਾਂ ਤੋਂ ਵੱਡੀ ਕਮੇਟੀ ਕਿਹੜੀ ਹੈ? ਤੇ ਉਸ ਕਮੇਟੀ ਦੇ ਅਧੀਨ ਕਮੇਟੀਆਂ ਨੂੰ ਚੱਲਣਾ ਚਾਹੀਦਾ, ਤੇ ਕਮੇਟੀਆਂ ਉਹਨੂੰ ਆਪਣੇ ਅਧੀਨ ਚਲਾਉਂਦੀਆਂ। ਇਹ ਹੋ ਗਿਆ, ਇਹ ਗਲਤ ਹੋ ਗਿਆ ਕੰਮ। ਜਿੱਥੇ ਵੀ ਕੋਈ ਬਣਦਾ ਤਾਂ ਵਿਚਾਰੋ, ਗੁਰਬਾਣੀ ਪਰਮਾਰਥ ਦੀ ਗੱਲ ਕਰਦੀ ਹੈ, ਅਸੀਂ ਖਿੱਚ ਖਿੱਚ ਕੇ ਸੰਸਾਰ ਵੱਲ ਲਿਜਾਨੇ ਇਹਨੂੰ।
ਜੇ ਕੋਈ ਗੁਰੂਆਂ ਨੇ ਬਾਣੀ ਸੰਸਾਰ ਦੀ ਕੀਤੀ ਹੈ ਤਾਂ ਨਿਸ਼ੇਧ ਵਾਸਤੇ ਕੀਤੀ ਹੈ, ਵਿਧੀ ਵਾਸਤੇ ਨਹੀਂ ਕੀਤੀ। ਤਾਂ ਇਹ ਸਾਨੂੰ ਪਕੜਨੀ ਪਏਗੀ ਬਾਤ ਵੀ ਗੁਰੂ ਲੋਕ ਜੋ ਬੋਲੇ ਐ ਅਸੀਂ ਸਮਝ ਨਹੀਂ ਪਾਏ। ਸਮਝ ਵਾਲਾ ਕੋਈ ਹੈ ਹੀ ਨਹੀਂ। ਅੱਛਾ, ਜਿਹੜੇ ਗੁਰਦੁਆਰਿਆਂ 'ਚ ਭਾਈ ਜੀ ਇਹ ਵਿਚਾਰੇ ਉਹ ਸਮਝਦੇ ਆ। ਉਹ ਮੇਰਾ ਇੱਕ ਮੌਲਵੀ ਮਿੱਤਰ ਸੀ, ਉਹ ਮੌਲਵੀ ਨੇ ਆਖਿਆ ਮੁਲਾਜ਼ਮ ਕਰਮਚਾਰੀ ਇਹ ਭਾਸ਼ਾ ਦੇ ਫਰਕ ਹੈ, ਗੁਲਾਮ ਸੇਵਾਦਾਰ ਇੱਕੋ ਹੀ ਪਦ ਹੈ। ਜਿਹੜਾ ਕਿਸੇ ਦੇ ਅਧੀਨ ਹੈ ਉਹ ਸੱਚ ਦੀ ਖੋਜ ਕਿਵੇਂ ਕਰੇਗਾ? ਸੱਚ ਦੀ ਖੋਜ ਸੰਤ ਲੋਕ ਆਜ਼ਾਦ ਹੋ ਕੇ ਕੀਤੀ, ਤੇ ਅੱਜ ਲੋਕ ਸੰਤ ਵੀ ਇਹਦੇ ਚ ਡੇਰੇ ਦੇ 12 ਕਿੱਲੇ ਪੈਲੀ ਹੈ, ਤੇ 12 ਕਿੱਲਿਆਂ ਪੈਲੀ ਤੇ ਇੱਕ ਕਮੇਟੀ ਬਣਾਈ ਹੈ, ਤੇ ਉਹ ਸੰਤ ਸੱਤ ਦਾ ਪ੍ਰਚਾਰ ਕਰਦਾ। ਤੂੰ ਕਿਵੇਂ ਕਰ ਲੇਂਗਾ ਜਿਹਦੇ ਉੱਤੇ ਕਮੇਟੀ ਬੈਠੀ ਹੈ ਤੈਨੂੰ ਮਰੋੜਨ ਵਾਲੀ? ਇਹ ਆਜ਼ਾਦ ਪੁਰਖਾਂ ਦੀ ਬਾਣੀ, ਜਿਨ੍ਹਾਂ ਤੇ ਕੋਈ ਨਾ ਕਮੇਟੀ ਸੀ ਨਾ ਕੋਈ ਪ੍ਰਬੰਧਕ ਸੀ, ਖੁਦ ਆਪਣੇ ਵਿਗਿਆਨ ਨੂੰ, ਆਪਣੇ ਵਿਚਾਰ ਨੂੰ ਕਰਮ ਇੰਦਰੀਆਂ ਰਾਹੀਂ ਪ੍ਰਤੀਪਾਦਨ ਕਰਕੇ ਜਨਤਾ ਦੇ ਭਲੇ ਲਈ ਆਪਣੇ ਮੁਖ ਚੋਂ ਬੋਲਦੇ ਸੀ। ਤੇ ਅੱਜ ਕਮੇਟੀਆਂ ਬੋਲਦੀਆਂ ਐਂ ਕਰਨਾ ਐਂ ਕਰਨਾ। ਉਹ ਭਲਿਓ ਆਦਮੀਆਂ, ਜੋ ਗੁਰੂਆਂ ਨੇ ਐਸਾ ਫਲਸਫਾ ਰੱਖਿਆ ਸੀ, ਕਮੇਟੀਆਂ ਨੇ ਨਾ ਜਨਤਾ ਨੇ ਉਹਦੀ ਕੋਈ ਕਦਰ ਨਹੀਂ ਕੀਤੀ। ਅੱਛਾ, ਗੁਰਬਾਣੀ 'ਚ ਇਹ ਆਉਂਦਾ, ਇਹ ਨਹੀਂ ਮੇਰਾ ਮਤਲਬ ਕਿ ਉਹਨਾਂ ਨੂੰ ਰੱਦ ਕਰਨ ਦਾ। ਤਾਂ ਹੁਣ ਫਲਾਣੇ ਦਾ ਕੇਸ ਕਮੇਟੀ ਲੜੂਗੀ, ਫਲਾਣੇ ਦਾ ਕਮੇਟੀ ਲੜੂਗੀ। ਉਹ ਕਮੇਟੀ ਮੁਕੱਦਮੇ ਲੜਨ ਵਾਸਤੇ ਹੈ ਕਿ ਪਰਮਾਰਥ ਦਾ ਰਸਤਾ ਬਤਾਉਣ ਵਾਸਤੇ ਹੈ? ਜਿਹੜੇ ਜੇਲ੍ਹਾਂ ਦੇ ਵਿੱਚ ਹੈ ਉਹਨਾਂ ਦੇ ਮੁਕੱਦਮੇ ਕਮੇਟੀਆਂ ਲੜਦੀਆਂ, ਤੇ ਜਿਹੜੇ 84 ਦੀ ਜੇਲ੍ਹ ਦੇ ਵਿੱਚ ਹੈ ਇਹਨਾਂ ਲਈ ਕਮੇਟੀਆਂ ਕੀ ਕਰਦੀਆਂ? ਤੁਹਾਨੂੰ ਨਹੀਂ ਪਤਾ ਵੇ ਮਨੁੱਖ ਚਾਰ ਖਾਣੀ ਦਾ ਜਿਹੜਾ ਹੁਣ ਆਖਰਲੀ ਪੌੜੀ ਤੇ ਹੈ, ਤੇ ਬਾਣੀ ਨੇ ਕਿਹਾ ਅਬ ਕੇ ਛੁੱਟ ਕੇ ਠੌਰ ਨਾ ਠਾਓ। ਤੁਸੀਂ ਕਮੇਟੀਆਂ ਬਣੀਆਂ ਹੈ, ਤੁਹਾਨੂੰ ਇਹਨਾਂ ਦਾ ਕੋਈ ਫਿਕਰ ਨਹੀਂ ਵੀ ਇਹ ਸਾਨੂੰ ਗੁਰੂਆਂ ਨੇ ਸਾਡੀ ਡਿਊਟੀ ਲਾਈ ਸੀ ਵੀ ਇਹਨਾਂ ਦਾ ਪਾਰ ਉਤਾਰਾ ਕਰੋ। ਇੱਥੋਂ ਗਿਰ ਗਏ ਫੇਰ ਉੱਥੇ ਹੀ ਆਉਣਗੇ, ਕਿਰਮਾਂ 'ਚ ਫੇਰ ਚੱਲਣਗੇ ਨਵੇਂ ਸਿਰੇ। ਤਾਂ ਬਾਣੀ ਨੇ ਕਿਹਾ ਹੋਏ ਪੌੜੀ ਛੁਟਕੀ ਹੱਥ ਨਾ ਆਵੇ। ਇੱਕ ਵਾਰੀ ਇਹ ਮਨੁੱਖਾ ਜਨਮ ਪੌੜੀ ਹੈ, ਤੈਨੂੰ ਇਸ ਦਲਦਲ 'ਚੋਂ ਕੱਢਣ ਲਈ ਇਹ ਪੰਕਜ ਚਿੱਕੜ 'ਚ ਫਸਿਆ। ਤਾਂ ਗੁਰੂਆਂ ਨੇ ਕਿਹਾ ਇਹਦੇ ਬਾਰੇ ਕਿ ਪੰਕਜ ਮੋਹ ਪੱਗ ਨਹੀਂ ਚੱਲ, ਮੈਂ ਐਸੇ ਪੰਕਜ ਚਿੱਕੜ 'ਚ ਫਸਿਆ ਕਿ ਮੇਰਾ ਪੈਰ ਨਹੀਂ ਅੱਗੇ ਚੱਲ ਰਿਹਾ। ਤਾਂ ਹਮ ਦੇਖਿਆ ਤਾਂ ਡੁੱਬੀਏ ਲਈ ਪਤਾ ਲੱਗ ਗਿਆ ਡੁੱਬ ਗਏ। ਤੇ ਜਿਹੜੇ ਕਮੇਟੀਆਂ ਦੇ ਆ ਭੈਣ ਭਰਾ ਸਾਡੇ ਆ, ਸਾਡਿਆਂ ਭੈਣ ਭਰਾਵਾਂ ਨੇ ਬਣਾਏ ਆ, ਤਾਂ ਉਹ ਨਾ ਡੁੱਬਣਗੇ ਜਦੋਂ ਤੁਸੀਂ ਡੁੱਬੇ ਆ। ਨਾ ਆਪਣਾ ਫਿਕਰ ਹੈ ਨਾ ਜਨਤਾ ਦਾ ਫਿਕਰ ਹੈ। ਤਾਂ ਫਿਰ ਮਾਨਾ ਰਹਿ ਗਿਆ ਇਹ ਏਡੀ ਵੱਡੀ ਪਵਿੱਤਰ ਗੁਰਬਾਣੀ ਸੀ, ਇਹਦੇ ਚੋਂ ਲਾਭ ਬਤਾਓ ਕੀ ਖੱਟਿਆ? ਲਾਭ ਜਿਹੜੀ ਗੋਲਕ 80,000 ਰੁਪਇਆ ਨਿਕਲਦਾ ਸੀ ਉਹ 1 ਲੱਖ ਤੋਂ ਟੱਪ ਗਈ। ਇਹ ਲਾਭ ਹੈ। ਸਿਰਫ ਪੈਸੇ ਦੀ ਬਾਤ ਆ ਸਾਰੀ। ਬਾਣੀ 'ਚ ਆਖਿਆ ਪੈਸੇ ਬਾਰੇ ਕੁਛ? ਪੈਸਾ ਤਾਂ ਵਪਾਰ ਹੈ, ਬਾਣੀ ਪਰਮਾਰਥ ਹੈ। ਪਰਮਾਰਥ ਦਾ ਰਸਤਾ ਖੋਜਿਆ ਕਿ ਨਹੀਂ ਕਮੇਟੀਆਂ ਨੇ ਜਾਂ ਉਪਦੇਸ਼ ਕਰਨ ਵਾਲਿਆਂ ਨੇ? ਤਾਂ ਫਿਰ ਇਹ ਹੈਗਾ ਕਿ ਬਹੁਤ ਢਿੱਲਾ, ਬਹੁਤ ਪਛੜ ਗਏ। 450 500 ਵਰਾ ਹੋ ਗਿਆ, ਅਜੇ ਤੀਕ ਇਹਨਾਂ ਨੇ ਪਰਮਾਰਥ ਦਾ ਰਸਤਾ ਨਹੀਂ ਖੋਜ ਸਕੇ। ਪਰਮਾਰਥ ਤਾਂ ਕੀ ਖੋਜਣਾ, ਪਰਮਾਰਥ ਦਾ ਰਸਤਾ ਵੀ ਨਹੀਂ ਲੱਭਿਆ।
ਤਾਂ ਫਿਰ ਹੋ ਗਿਆ ਬੜੀ ਭੁੱਲ ਹੈ। ਐਡੀ ਵੱਡੀ ਬਾਣੀ ਤੋਂ ਜੇ ਤੁਹਾਨੂੰ ਪਰਮਾਰਥ ਨਹੀਂ ਲੱਭਿਆ ਤਾਂ ਵਿਹਾਰ ਹੀ ਲੱਭਿਆ ਹੈ। ਔਥੇ ਕਰਾਉਣਾ ਹੈ, ਉਹਦਾ ਕਰਾਉਣਾ ਹੈ, ਅੱਜ ਔਥੇ ਕਰਾਉਣਾ ਹੈ। ਮਤਲਬ ਬਹੁਤ ਬਹੁਤ ਵੱਡੇ ਵੱਡੇ ਆਯੋਜਨ ਕਰਾ ਰਹੇ ਹੈ। ਉਸ ਆਯੋਜਨ ਚ ਲਾਭ ਵੇਖੋ ਕਿ ਜਿਹੜੇ ਉੱਥੇ ਭੈਣ ਭਰਾ ਆਏ ਉਹ ਵੀ ਸੋਚਣ ਵੀ ਮੈਨੂੰ ਇੱਥੋਂ ਲਾਭ ਕੁਛ ਹੋਇਆ ਕਿ ਨਹੀਂ, ਮੇਰੇ ਜੀਵਨ ਮੁਕਤੀ ਦਾ ਮੈਨੂੰ ਕੋਈ ਫਾਇਦਾ ਹੋ ਰਿਹਾ ਕਿ ਨਹੀਂ। ਤਾਂ ਨਾਨਕ ਜੀ ਮਹਾਰਾਜ ਦੀ ਬਾਣੀ ਉਹਨਾਂ ਨੇ ਆਖਿਆ ਜਿੰਨਾ ਚਿਰ ਕੋਈ ਜੀਵਨ ਮੁਕਤ ਨਹੀਂ ਹੁੰਦਾ ਉਹਨਾਂ ਚਿਰ ਬਦੇ ਮੁਕਤ ਨਹੀਂ ਹੋ ਸਕਦਾ। ਤਾਂ ਸੰਤਾਂ ਨੇ ਪੁਕਾਰਿਆ ਅਕੇ ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ। ਜੇ ਤੁਸੀਂ ਮੈਨੂੰ ਮੋਏ ਨੂੰ ਮੁਕਤ ਕਰੋਗੇ, ਕੌਣ ਜਾਣੋ ਮੈਂ ਮੁਕਤ ਹਾਂ, ਮੈਨੂੰ ਹੁਣੇ ਮੁਕਤ ਕਰੋ। ਤਾਂ ਫਿਰ ਕੀ ਹੈ ਕਿ ਮੁਕਤ ਪਦਾਰਥ ਪਾਰ ਕਿਨਾਰਾ। ਇਹ ਜਗਤ ਤੋਂ ਪਾਰ ਹੋਣ ਦਾ ਕੋਈ ਸਾਧਨ ਉਹ ਆਪਾਂ ਤੇ ਜੇ ਨਾਮਦਾਨ ਲਿਆਏ ਉੱਥੇ ਆਪਾਂ ਤਾਂ ਪਾਰ ਹੀ ਹਾਂ। ਲੈ ਸਮੁੰਦਰ ਪਾਰ ਹੁੰਦਾ ਹੈ, ਗੱਲਾਂ ਬਾਤਾਂ ਨਾ ਤੂੰ ਇਹ ਨਦੀ ਚੋਂ ਪਾਰ ਹੋ ਕੇ ਵਿਖਾ। ਨਿਕਲ ਸਰੀਰ ਚੋਂ ਜੇ ਤੇਰੇ ਚ ਤਾਕਤ ਹੈ, ਕੋਈ ਜੁਗਤੀ ਸਿੱਖੀ ਤਾਂ ਇਹ ਹੈਗਾ ਗੁਰੂਆਂ ਨੇ ਬੜੇ ਬੜੇ ਤੇਰੇ ਮੁਕਤੀ ਵਾਸਤੇ ਸਾਧਨ ਰੱਖੇ ਹੈ, ਵਿਗਿਆਨ ਰੱਖੇ ਹੈ। ਪਰ ਮੈਂ ਜਿਹੜਾ ਮੈਂ ਇਹਦੇ ਚ ਹੋ ਰਿਹਾ, ਇਹ ਵਿਗਿਆਨ ਨਹੀਂ ਚਾਹੁੰਦਾ, ਇਹ ਮੁਕਤ ਨਹੀਂ ਚਾਹੁੰਦਾ, ਇਹ ਭੋਗ ਚਾਹੁੰਦਾ। ਜਿੰਨੇ ਦੁਨੀਆ ਦੇ ਭੋਗ ਹੈ ਇਹ ਸਾਰੇ ਭੋਗਾਂ ਨੂੰ ਇਕੱਠੇ ਕਰਨੇ ਚਾਹੁੰਦਾ। ਨਾਨਕ ਜੀ ਮਹਾਰਾਜ ਨੇ ਇਸ ਨੂੰ ਵਰਜਿਤ ਕੀਤਾ, ਰੋਕਿਆ। ਫੇਰ ਕਿਆ ਹੋ ਜੋ ਆਖੇ ਜੇ ਲੱਖ ਇਸਤਰੀਆਂ ਭੋਗ ਕਰੇ, ਨਵ ਖੰਡ ਰਾਜ ਕਮਾਏ। ਫੇਰ ਓਏ ਪਲਿਆ ਸੰਤੋਖ ਕਰ। ਸੁਰਤੀ ਨੇ ਕਿਹਾ ਸਮ ਸੰਤੋਖ ਨ ਔਰ ਸੁਖ, ਤਪ ਨਾ ਖੇਮਾ ਸਮਝਾਣ। ਕਿਸੇ ਦੇ ਦੋਸ਼ ਨੂੰ ਵਧੀਕੀ ਨੂੰ ਖੇਮਾ ਕਰ ਦੇਣਾ, ਜਾ ਤੈਨੂੰ ਮਾਫ ਕੀਤਾ ਜਾ ਯਾਰ। ਸਾਡਾ ਇੱਕ ਸੱਜਣ ਸੀ, ਸਾਡੇ ਨਾਲ ਸਤਸੰਗਤ ਬਹੁਤਾ ਚਿਰ ਨਹੀਂ ਉਹਨੇ ਕੀਤਾ, ਤੇ ਉਹ ਕੰਮ ਕਰ ਰਿਹਾ ਸੀ ਤੇ ਉਹਦੇ ਉੱਤੋਂ ਪਿੱਛੋਂ ਵੇਖਿਆ ਨਾ, ਉਹ ਟਰਾਲੀ ਹੇਠ ਬੈਠਾ ਕੁਛ ਵਿਲਡਨ ਕਰ ਰਿਹਾ ਸੀ ਪਾਸੇ ਸਾਈਡ ਤੇ ਟਰੱਕ ਵਾਲੇ ਨੇ ਉੱਤੋਂ ਦੀ ਟਰੱਕ ਚੜਾਤਾ। ਉਹਨੂੰ ਵੀ ਦੇਖਿਆ ਨਾ ਤੇ ਉਹਦੀਆਂ ਲੱਤਾਂ ਟੁੱਟ ਗਈਆਂ ਤੇ ਭੱਜ ਕੇ ਆਏ ਤਾਂ ਉਸ ਨੂੰ ਆਖਿਆ, ਉਹ ਕਹਿੰਦਾ ਵੀ ਬਸ ਤੈਥੋਂ ਜਿਹੜਾ ਕੁਝ ਹੋ ਗਿਆ ਤੂੰ ਕਰਤਾ, ਹੁਣ ਮੇਰਾ ਕੰਮ ਰਹਿ ਗਿਆ, ਮੈਂ ਕਰਨਾ। ਇਹਦੀ ਸੰਭਾਲ ਦਾ ਜਿਵੇਂ ਸੋਤ ਹੋਇਆ, ਮੇਰਾ ਤੇਰੇ ਤੇ ਕੋਈ ਰੋਕ ਨਹੀਂ ਜਾ ਸਕਦਾ। ਇਹ ਹੈ ਖੇਮਾ। ਸਮ ਸੰਤੋਖ ਨਾ ਔਰ ਸੁਖ, ਤਪ ਨਾ ਖੇਮਾ ਸਮਝਾਨ। ਉਹ ਬ੍ਰਹਮ ਗਿਆਨ ਸਮਦਾਨ ਨੇ ਤੇ ਧਰਮ ਨਾ ਦਇਆ ਸਮਾਨ। ਮਨੁੱਖ ਦੇ ਵਿੱਚ ਦਇਆ ਤਾਂ ਇਦੋਂ ਵੱਡਾ ਧਰਮ ਕਿਹੜਾ? ਇਹ ਗੁਰੂਆਂ ਸੰਤਾਂ ਨੇ ਇਹਦੇ ਜੀਵਨ ਨੂੰ ਪਵਿੱਤਰ ਬਣਾਉਣ ਵਾਸਤੇ, ਸੌਖਾ ਜੀਵਨ ਬਤਾਉਣ ਵਾਸਤੇ ਇਹ ਬਾਣੀ ਰੱਖੀ ਹੈ। ਅਸੀਂ ਬਾਣੀ ਹੈ ਜਿਹੜੀ ਇਹਨੂੰ ਇਹ ਪਤਾ ਹੀ ਨਹੀਂ ਇਹਦਾ ਪਰਮ ਪ੍ਰਯੋਜਨ ਕੀ ਹੈ। ਜੇ ਕੋਈ ਜਾਣਦਾ ਹੈ ਤਾਂ ਉਹ ਪ੍ਰਗਟ ਕਰੇ। ਸਾਡੇ ਦੇ ਤਾਂ ਕਿਸੇ ਨੂੰ ਸ਼ਰਧਾ ਨਹੀਂ। ਕਿਉਂ ਸ਼ਰਧਾ ਨਹੀਂ? ਕਿ ਕੋਈ ਅਡੰਬਰ ਹੋਵੇ ਤੇ ਐ ਸਾਫੇ ਨਾ ਕਿਤਾਬ ਨੂੰ ਚੱਕਾਂ ਤੇ ਮੂੰਹ ਤੇ ਐ ਰੱਖਾਂ ਵੀ ਕਿਤੇ ਕਿਤਾਬ ਤੇ ਮੇਰਾ ਕੁਛ ਵਾ ਨਾ ਪਏ ਜੇ ਮੈਂ ਅਡੰਬਰ ਕਰਾਂ ਤਾਂ ਫੇਰ ਆਖਣਗੇ ਇਹ ਕੁਛ ਹੈ, ਕਿਉਂਕਿ ਮੂੰਹ ਮੁਰੇ ਓਲਾ ਕਰਦਾ ਤੇ ਇਸ ਤਰ੍ਹਾਂ ਕਰਕੇ ਕੋਈ ਇਹਦੇ ਚ ਹੈ ਵੀ ਇੱਕ ਮਾਲਾ ਮਾਨ ਪੱਗ ਤੋਂ ਦੀ ਬੱਧੀ
ਇੱਕ ਮਾਲਾ ਗੁੱਟ ਚ ਪਾਈ ਹੈ, ਇੱਕ ਮਾਲਾ 2-3 ਲਮਕਾਈਆਂ ਹੋਈਆਂ, ਤਾਂ ਇਹ ਕੁਛ ਹੈ। ਤੇ ਜਿਨ੍ਹਾਂ ਦੇ ਕੁਛ ਹੈ ਲੋਕ ਸ਼ਰਧਾ ਕਰਦੇ ਆ, ਉਹੀ ਇਹਨਾਂ ਨੂੰ ਬਤਾ ਦੇਣ ਭਲਿਓ ਵੀ ਗੁਰਬਾਣੀ ਦਾ ਪਰਮ ਪ੍ਰਯੋਜਨ ਕੀ ਹੈ। ਗੁਰਬਾਣੀ ਹੈ ਜਿਹੜੀ, ਇਹਦਾ ਵਿਸ਼ਾ ਕੀ ਹੈ, ਇਹਦਾ ਅਧਿਕਾਰੀ ਕੌਣ ਹੈ, ਇਹਦੇ ਅਨੁਬੰਧ ਕਿਆ ਹੈ। ਪਹਿਲਾਂ ਤੋਂ ਇੰਨਾ ਤਾਂ ਦੱਸੋ, ਤੇ ਵੱਡੇ ਤੋਂ ਵੱਡੇ ਜਿਹੜੇ ਛੋਟੇ ਤੋਂ ਛੋਟੇ ਐਡੇ ਵੱਡੇ ਗ੍ਰੰਥ ਨੂੰ ਐਂ ਕਰਕੇ ਪ੍ਰਕਾਸ਼ ਕਰ ਦਿੰਦੇ ਵੀ ਜਿਹੜੇ ਲੋਕ ਛੋਟੇ ਤੋਂ ਛੋਟੇ ਡਰਾਈਵਰ ਹੈ, ਵੱਡੇ ਤੋਂ ਵੱਡੇ ਹੈ, ਉਹ ਜਿਹੜੀ ਕਿਸੇ ਸਕੂਟਰ ਕਾਰ ਮੋਟਰ ਨੂੰ ਚਲਾਉਂਦੇ ਪਹਿਲਾਂ ਉਹਨੂੰ ਚੈੱਕ ਕਰਦੇ, ਤੇਲ ਪਾਣੀ ਟਾਇਰਾਂ ਦੀ ਹਵਾ ਵੇਖਦੇ ਆ, ਹਵਾ ਵੇਖ ਕੇ ਫਿਰ ਬ੍ਰੇਕ ਲਗਾ ਕਰਕੇ ਫੇਰ ਤੋਰਦੇ ਆ, ਸਾਰੀਆਂ ਚੀਜ਼ਾਂ ਸੁਵਿਧਾ ਵਾਲੀਆਂ ਚੈੱਕ ਕਰਕੇ। ਜੇ ਇਹਨੇ ਤੋਰ ਲਾਂ ਵੇਖੋ ਹਾਨੀ ਦੇ ਜੇ। ਤੇ ਤੁਸੀਂ ਬਾਣੀ ਸ਼ੁਰੂ ਕਰਨ ਤੋਂ ਪਹਿਲਾਂ ਕੀ ਟਟੋਲਦੇ ਆ, ਐਂ ਖੋਲ ਕੇ ਜਿੱਥੋਂ ਮਰਜੀ ਲੱਗ ਜਾਂਦੇ, ਇਹ ਭੁੱਲ ਹੈ। ਪਹਿਲਾਂ ਵੇਖੋ ਇਹਦਾ ਵਿਸ਼ਾ ਕੀ ਹੈ, ਇਸ ਦਾ ਪਰਮ ਪ੍ਰਯੋਜਨ ਕੀ ਹੈ, ਇਸ ਦਾ ਅਧਿਕਾਰੀ ਕੌਣ ਹੈ, ਇਹ ਅਧਿਕਾਰੀ ਦਾ ਤੇ ਫਲ ਦਾ ਆਪਸ ਵਿੱਚ ਕੀ ਸੰਬੰਧ ਹੈ, ਇਹ ਤੋਂ ਕੀ ਫਲ ਹੈ। ਤਾਂ ਇਹ ਹੋ ਗਿਆ ਕਿ ਇਹ ਜਾਣ ਕੇ ਹੁਣ ਹੌਲੀ ਹੌਲੀ ਫੜੋ, ਪਹਿਲਾਂ ਤੋਂ ਸ਼ੁਰੂ ਕਰੋ। ਕਿਉਂ? ਇਹ ਤੈਨੂੰ ਉੱਥੇ ਪਹੁੰਚਾ ਦੇਗੀ ਜਿੱਥੇ ਕਬੀਰ ਸਾਰੇ ਸੰਤ। ਉਹ ਕੌਣ ਸਥਾਨ ਹੈ? ਬਾਹਰ ਨਿੰਗਾ ਅਖੇ ਤਹਾਂ ਕਬੀਰ ਪਹੁੰਚ ਕੇ ਜਹਾਂ ਨਾਮ ਖੁਦਾਏ। ਉਹ ਸਰੂਪ ਨੂੰ ਜਨਾਉਣ ਵਾਸਤੇ ਬਾਣੀ ਹੈ ਕਿ ਜਿੱਥੇ ਨਾ ਕੋਈ ਰਾਮ ਹੈ ਨਾ ਕੋਈ ਖੁਦਾ ਹੈ, ਤਾਂ ਫਿਰ ਉਹ ਕੀ ਸਰੂਪ ਆ ਕਿ ਖੁਦ, ਉਹ ਖੁਦ ਹੀ ਖੁਦ ਹੈ। ਵੇਖੋ ਇੱਥੇ ਕੋਈ ਐਡੀ ਪਹੁੰਚ ਰੱਖਦੇ ਆ, ਇਹ ਸੰਤ ਲੋਕਾਂ ਗੁਰੂਆਂ ਲੋਕਾਂ ਦੀ ਪਹੁੰਚ ਸੀ, ਪਰ ਅਸੀਂ ਉਹਨਾਂ ਦੇ ਫਲਸਫੇ ਨੂੰ ਸਮਝ ਨਹੀਂ ਪਾਏ। ਅਸੀਂ ਵੇਸ ਭੂਸ਼ਾ ਬਣਾ ਕੇ ਜਿਹੜਾ ਬੰਮ ਛੱਡ ਕੇ ਬਹਿ ਗਏ, ਉਹਨੂੰ ਅਸੀਂ ਮਹਾਨ ਗਿਣਦੇ ਆ। ਨਹੀਂ, ਨਾਨਕ ਜੀ ਨੇ ਕੀ ਕਿਹਾ, ਬਾਣੀ ਕੀ ਕਹਿੰਦੀ, ਅਕੇ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ। ਬਾਣੀ ਚਿੱਟਿਆਂ ਤੇ ਮੈਲਿਆਂ ਦਾ ਵਿਵੇਚਨ ਨਹੀਂ ਕਰਦੇ। ਬਾਣੀ ਕਹਿੰਦੇ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ, ਤਿੰਨ ਮੁਖ ਨਾਮ ਨ ਉਪਜੇ ਦੂਜਾ ਵਿਆਪੇ ਚੋਰ। ਉਹ ਮੋਲ ਨਾ ਬੂਝਣ ਆਪਣਾ ਸੇ ਪਸ਼ੂਆਂ ਸੇ ਢੋਰ। ਐ ਬਣ ਕੇ ਬਹਿ ਜੋ ਜਿਹਦੇ ਤਾਬਿਆ ਬੈਠੇ ਇਹਦਾ ਨਿਸ਼ੇਧ ਕਰਦੇ। ਕਿਉਂ? ਤਾਂ ਉਹਨਾਂ ਨੇ ਨਾਨਕ ਜੀ ਨੇ ਬਾਣੀ ਦੇ ਵਿੱਚ ਹੀ ਹੈ ਅਖੇ ਧੂੜੀ ਵਿੱਚ ਲੜੰਦੜੀ ਸੋਹਾਂ। ਧੂੜੀ ਦੇ ਵਿੱਚ ਲਿਬੜੀ ਤਿਬੜੀ ਵੀ ਸੋਭਮਾਨ ਹੈ ਇਹ ਦੇ। ਕਿਉਂ? ਨਾਨਕ ਤੈ ਸਹਿ ਨਾਲੇ। ਜਿਹੜੀ ਆਤਮਾ ਨੂੰ ਜਾਣਨ ਦਾ ਪ੍ਰਯਾਸ ਕਰਦੀ ਹੈ ਔਰ ਆਤਮਾ ਨੂੰ ਜਾਣਦਾ ਆਪਣੇ ਰੂਪ ਚ, ਉਹ ਧੂੜੀ ਵਿੱਚ ਵੀ ਸੋਭਮਾਨ ਹੈ। ਕਿਉਂ? ਅਖੇ ਸਾਧ ਜਨਾਂ ਕਾ ਲੋਗੜਾ ਟੁਕੜਾ ਟੋਟਾ ਲਾਏ ਬੰਗਲਾ ਤੇੜ। ਇਹ ਜਿਸ ਗੁਰਬਾਣੀ ਨੇ ਅਸੀਂ ਪੜ੍ਹਦੇ ਇਹੀ ਬਤਾਉਂਦੇ। ਅਖੇ ਸਾਧ ਜਨਾਂ ਕਾ ਲੋਗੜਾ,
ਓੜਤ ਨਗਨ ਨਾ ਹੋਈ। ਇਹ ਸਾਧ ਜਨਾਂ ਦਾ ਦਿੱਤਾ ਹੋਇਆ ਟੋਟਾ ਵੀ ਤੋੜ ਲੈ, ਨੰਗਨ ਨਹੀਂ ਹੋਏਗਾ। ਜਿਵੇਂ ਨਿੱਕ ਸਾਫਾ ਬਣ ਲਿਆ, ਨੰਗ ਢੱਕ ਗਿਆ। ਤੇ ਸਾਧ ਜਨਾਂ ਦਾ ਇੰਨਾ ਕੁ ਦਿੱਤਾ ਹੋਇਆ ਉਪਦੇਸ਼ ਵੀ ਹੈ, ਤੇਰੀ ਪ੍ਰਤਿਸ਼ਠਾ ਰੱਖੇਗਾ, ਤੈਨੂੰ ਨੰਗਾ ਨਹੀਂ ਹੋਣ ਦੇਗਾ, ਕਿ ਬੇਇੱਜ਼ਤ ਨਹੀਂ ਹੋਣ ਦੇਗਾ। ਤੇ ਜਿਹੜੇ ਹਾਂਜੀ ਆਪਣੀ ਪਾਰਟੀ 'ਚ ਰਲ ਗਿਆ, ਸਾਫਾ ਪਾਤਾ ਗਲ 'ਚ, ਉਹ ਕੌਣ ਪਾਉਂਦੇ? ਸਾਧ। ਅਖੇ ਸਾਧ ਜਨਾਂ ਕਾ ਲੋਂਗੜਾ ਓੜਤ ਨਗਨ ਨਾ ਹੋਈ, ਤੇ ਸਾਕਤ ਸਿਰ ਪਉ ਰੇਸ਼ਮੀ ਪਹਿਰਤ ਪਤ ਖੋਈ। ਉਹ ਪਤ ਖੋਣ ਵਾਲੇ ਨੂੰ ਤਾਂ ਤੁਸੀਂ ਪਸੰਦ ਕਰਦੇ ਆ, ਤੇ ਜਿਹੜਾ ਪਤ ਬਣਾਉਣ ਵਾਲੇ ਨੂੰ ਤੁਸੀਂ ਵਿਪਰੀਤ ਚੱਲਦੇ ਆ, ਤਾਂ ਮੂਲ ਤੋਂ ਹੀ ਖੁੱਸੇ ਆ। ਨੇਤਾ ਭਗਤੀ ਗੁਰੂ ਗੁਰਬਾਣੀ ਦੇ ਦਰਸ਼ਨ ਕਰਦੇ ਆ। ਕਰੋ, ਖੂਬ ਕਰੋ, ਪਰ ਜਿਹਦੇ ਦਰਸ਼ਨ ਕਰਦੇ ਆ, ਇਹ ਤੁਹਾਨੂੰ ਕਿਤੇ ਗਾਂ ਵੀ ਦਰਸ਼ਨ ਦੱਸਦਾ ਕਿ ਕਹਿੰਦਾ ਮੇਰੇ ਦਰਸ਼ਨ ਤੇ ਹੀ ਅਖੀਰ ਹੈ। ਇਸੇ 'ਚ ਆਵਾਜ਼ ਆ ਕਿ ਗੁਰ ਦਰਸ ਪਾਇਆ